ਡੀਡੀ ਪੰਜਾਬੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ। ਮੈਂ ਹਾਂ ਸ਼ਾਇਨਾ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਰ ਰੋਜ਼ ਤਾਜ਼ਾ ਤਰੀਨ ਸੁਰਖੀਆਂ ਦੇ ਉੱਤੇ ਝਾਤ ਪਾਉਂਦੇ ਹਾਂ ਤੇ ਇਹਨਾਂ ਖਬਰਾਂ ਦੀ ਪੜਚੋਲ ਕਰਨ ਦੇ ਲਈ ਸਾਡਾ ਸਾਥ ਦਿੰਦੇ ਨੇ ਪੱਤਰਕਾਰੀ ਦੇ ਖੇਤਰ ਦੇ ਮਾਹਰ ਮਹਿਮਾਨ। ਤੇ ਅੱਜ ਜਿਹੜੇ ਮਾਹਰ ਸਾਡੇ ਨਾਲ ਜੁੜੇ ਨੇ ਉਹ ਨੇ ਜੀ ਸੀਨੀਅਰ ਪੱਤਰਕਾਰ ਮਦਨਦੀਪ ਜੀ। ਮਦਨਦੀਪ ਜੀ ਬਹੁਤ ਬਹੁਤ ਸਵਾਗਤ ਤੁਹਾਡਾ। ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਸੋ ਰੁਕ ਕਰ ਲੈਂਦੇ ਹਾਂ ਆਪਣੀ ਪਹਿली खबर ਦੇ ਵੱਲ ਝਾਤ ਪਾਉਂਦੇ ਹਾਂ। ਪਹਿਲੀ ਖਬਰ ਹੈ ਜੀ ਕਿ ਕੱਲ ਭਾਰਤ ਤੇ ਅਮਰੀਕਾ ਦੀ ਜਿਹੜੀ ਵਪਾਰਕ ਕੌਂਸਲ ਹੈ ਉਹਦੇ ਦੀ ਜਿਹੜੀ ਇੱਕ ਮੀਟਿੰਗ ਹੋਈ ਉਹਦਾ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਜਿਹੜੀ ਅਮਰੀਕੀ ਕੰਪਨੀਆਂ ਨੇ ਉਹਨਾਂ ਨੂੰ ਖੁੱਲਾ ਸੱਦਾ ਦਿੱਤਾ ਜਾ ਰਿਹਾ ਹੈ ਕਿ ਉਹ ਭਾਰਤ ਦੇ ਵਿੱਚ ਨਿਵੇਸ਼ ਕਰਨ। ਭਾਰਤ ਦੇ ਅਰਥਚਾਰੇ ਦੀ ਨਜ਼ਰ ਤੋਂ ਕਿਸ ਤਰ੍ਹਾਂ ਵੇਖਦੇ ਹੋ? ਦੇਖੋ, ਬੜੀ ਸਪਸ਼ਟ ਗੱਲ ਹੈਗੀ ਹੈ ਕਿ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਆ ਜੀ, ਸਾਰੇ ਦੇਸ਼ਾਂ ਦੇ ਅੰਦਰ ਹਾਲਾਤ ਇਸ ਵੇਲੇ ਬਹੁਤ ਖਰਾਬ ਚੱਲ ਰਹੇ ਆ ਹਰ ਤਰ੍ਹਾਂ ਦੇ ਜੀ। ਕਰੋਨਾ ਕਰਕੇ ਆਰਥਿਕ ਢਾਹ ਵੀ ਬਹੁਤ ਸਾਰੇ ਦੇਸ਼ਾਂ ਨੂੰ ਲੱਗੀ ਹੈ। ਹਾਂਜੀ, ਪਰ ਸਾਰੀਆਂ ਸਰਕਾਰਾਂ, ਸਾਰੇ ਦੇਸ਼ਾਂ ਦੀਆਂ ਸਰਕਾਰਾਂ ਇਸ ਯਤਨ 'ਚ ਨੇ ਕਿ ਕਿਸੇ ਵੀ ਤਰੀਕੇ ਨਾਲ ਅਰਥਚਾਰੇ ਨੂੰ ਜਿਹੜਾ ਹੈਗਾ ਉਹ ਬਣਾਈ ਰੱਖਿਆ ਜਾਏ। ਹਾਂਜੀ, ਔਰ ਉਹਦੇ ਮੱਦੇ ਨਜ਼ਰ ਸਾਡੀ ਸਰਕਾਰ ਵੀ ਯਤਨਸ਼ੀਲ ਹੈ ਔਰ ਪ੍ਰਧਾਨ ਮੰਤਰੀ ਲਗਾਤਾਰ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦੇ ਰਹੇ ਆ, ਖੁਦ ਇਸ ਗੱਲ ਨੂੰ ਦੇਖ ਰਹੇ ਆ ਜੀ ਕਿ ਕਿੱਥੋਂ ਜਿਹੜਾ ਹੈਗਾ ਸਾਡੇ ਜਿਹੜੀ ਇਨਵੈਸਟਮੈਂਟ ਦੇਸ਼ ਦੇ ਅੰਦਰ ਕਿੱਥੋਂ ਹੋ ਸਕਦੀ ਹੈ। ਹਾਂਜੀ, ਔਰ ਖ਼ਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਅਮਰੀਕਾ ਔਰ ਭਾਰਤ ਕਾਫੀ ਨੇੜੇ ਆ ਰਹੇ ਆ, ਕਈ ਮਾਮਲਿਆਂ ਦੇ ਵਿੱਚ ਇੱਕ ਦੂਸਰੇ ਦੇ ਸਹਿਯੋਗੀ ਬਣ ਰਹੇ ਆ। ਬਿਲਕੁਲ ਬਿਲਕੁਲ। ਔਰ ਇਸ ਦੌਰਾਨ ਇੱਕ ਮੌਕੇ ਨੂੰ ਦੇਖਦਿਆਂ ਹੋਇਆਂ ਪ੍ਰਧਾਨ ਮੰਤਰੀ ਨੇ ਜਿਹੜਾ ਹੈਗਾ ਇਹ ਕੱਲ੍ਹ ਸੱਦਾ ਦਿੱਤਾ ਸੀ ਅਮਰੀਕਨ ਕੰਪਨੀਆਂ ਨੂੰ ਕਿ ਤੁਸੀਂ ਭਾਰਤ ਵਿੱਚ ਆਓ ਔਰ ਭਾਰਤ ਅੰਦਰ ਨਿਵੇਸ਼ ਕਰੋ। ਇਹਦੇ ਕਈ ਕਾਰਨ ਹੈਗੇ ਆ ਕਿਉਂਕਿ ਦੇਖੋ ਵੱਖ-ਵੱਖ ਖੇਤਰਾਂ ਦੇ, ਖਾਸ ਕਰਕੇ ਜਿਹੜੇ ਅਸੀਂ ਗੱਲ ਕਰੀਏ ਤਾਂ ਬੀਮਾ ਕੰਪਨੀਆਂ ਹੈਗੀਆਂ, ਹਾਂਜੀ, ਸੜਕੀ ਮਾਰਗ ਹੈਗੇ ਆ, ਕਈ ਖੇਤਰ ਹੈਗੇ ਆ ਜਿੱਥੇ ਪ੍ਰਧਾਨ ਮੰਤਰੀ ਨੇ ਸੰਕੇਤ ਦਿੱਤੇ ਆ ਕਿ ਇੱਥੇ ਮੌਕੇ ਹੈ ਸਾਡੇ ਦੇਸ਼ ਦੇ ਅੰਦਰ, ਕਿਉਂਕਿ ਸਾਡਾ ਦੇਸ਼ ਦੇ ਵਿੱਚ ਇਹ ਜਿਹੜਾ ਹੈਗਾ ਇੱਕ ਵਿਕਾਸ ਦਾ ਦੌਰ ਚੱਲ ਰਿਹਾ ਆ। ਹਾਂਜੀ, ਔਰ ਇਹਦੇ ਵਿੱਚ ਇੰਫਰਾਸਟਰਕਚਰ ਨੂੰ ਮਜ਼ਬੂਤ ਕਰਨ ਵਾਸਤੇ ਬਹੁਤ ਸਾਰੇ ਖੇਤਰ ਨੇ ਜਿੱਥੇ ਨਿਵੇਸ਼ ਹੋ ਸਕਦਾ ਆ, ਜਿੱਥੇ ਪੈਸਾ ਖਰਚ ਕੀਤਾ ਜਾ ਸਕਦਾ ਔਰ ਪੈਸਾ ਕੰਪਨੀਆਂ ਵੱਲੋਂ ਕਮਾਇਆ ਵੀ ਜਾ ਸਕਦਾ ਹੈ। ਔਰ ਇਹ ਖੁੱਲ੍ਹਾ ਸੱਦਾ ਕੰਪਨੀਆਂ ਨੂੰ ਦੇਣਾ ਪ੍ਰਧਾਨ ਮੰਤਰੀ ਵੱਲੋਂ, ਖਾਸ ਕਰਕੇ ਇਹਨਾਂ ਦਿਨਾਂ ਦੇ ਦੌਰਾਨ ਜਦੋਂ ਬਹੁਤ ਸਾਰੇ ਦੇਸ਼ ਉਲਝੇ ਹੋਏ ਆ, ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਅਸੀਂ ਕੀ ਕਰਨਾ ਕੀ ਨਹੀਂ ਕਰਨਾ। ਔਰ ਭਾਰਤ ਇਸ ਮੌਕੇ ਵੀ ਬੜੀ ਮਜ਼ਬੂਤੀ ਦੇ ਨਾਲ ਜਿਹੜਾ ਹੈਗਾ ਉਹ ਆਪਣੇ ਦੇਸ਼ ਦੇ ਅਰਥਚਾਰੇ ਦੀ ਸੁਰੱਖਿਆ ਦੇ ਵਿੱਚ ਲੱਗਿਆ ਹੋਇਆ ਔਰ ਇਹ ਚੰਗੀ ਗੱਲ ਆ। ਕੱਲ੍ਹ ਮੈਂ ਸੁਣ ਰਿਹਾ ਸੀ ਬਹੁਤ ਸਾਰੇ ਟੈਲੀਵਿਜ਼ਨਾਂ ਦੇ ਉੱਪਰ ਡਿਬੇਟ ਵੀ ਚੱਲ ਰਹੀ ਸੀ ਇਸ ਵਿਸ਼ੇ ਦੇ ਉੱਪਰ, ਇੱਥੋਂ ਤੱਕ ਕਿ ਜਿਹੜੇ ਵਿਰੋਧੀ ਜਿਹੜੇ ਵਿਦਵਾਨ ਨੇ ਅਰਥਚਾਰੇ ਦੇ ਉਹ ਵੀ ਕਾਫੀ ਸਰਾਹ ਰਹੇ ਸੀ ਪ੍ਰਧਾਨ ਮੰਤਰੀ ਦੇ ਇਸ ਜਿਹੜਾ ਕੱਲ੍ਹ ਦਾ ਸੰਦੇਸ਼ ਸੀ ਉਹਨੂੰ। ਔਰ ਇਹ ਚੰਗੀ ਗੱਲ ਆ। ਅਸੀਂ ਵੀ ਸਮਝਦੇ ਹਾਂ ਕਿ ਇਸ ਵੇਲੇ ਵਿਸ਼ੇਸ਼ ਤੌਰ 'ਤੇ ਅਰਥਚਾਰੇ ਵੱਲ ਧਿਆਨ ਦੇਣ ਦੀ ਲੋੜ ਹੈ ਔਰ ਪ੍ਰਧਾਨ ਮੰਤਰੀ ਖੁਦ ਇਹਦੇ ਵਿੱਚ ਰੁੱਝੇ ਹੋਏ ਆ, ਲੱਗੇ ਹੋਏ ਆ ਔਰ ਅਸੀਂ ਚਾਹੁੰਦੇ ਹਾਂ ਕਿ ਇਹਨੂੰ ਚੰਗਾ ਹੁੰਗਾਰਾ ਮਿਲੇ ਅਮਰੀਕਨ ਕੰਪਨੀਆਂ ਵੱਲੋਂ ਜਾਂ ਹੋਰ ਵੀ ਕਈ ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਨੇ ਜਿਹੜਾ ਹੈਗਾ ਯਤਨ ਕੀਤੇ ਆ ਔਰ ਅਸੀਂ ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਚੰਗੇ ਨਤੀਜੇ ਨਿਕਲਣਗੇ ਜੀ। ਸੋ ਗੱਲ ਤੁਸੀਂ ਛੇੜੀ ਸੀ ਕਰੋਨਾ ਦੀ, ਤਾਂ ਕਰੋਨਾ ਦੇ ਉੱਤੇ ਝਾਤ ਪਾ ਲੈਂਦੇ ਹਾਂ। ਜੇ ਕਰੋਨਾ ਮਹਾਮਾਰੀ ਦੀ ਗੱਲ ਕਰੀਏ ਤਾਂ ਜਿਹੜਾ ਵਿਸ਼ਵ ਪੱਧਰ 'ਤੇ ਜਿਹੜਾ ਇਹ ਅੰਕੜਾ ਹੈ ਇਹ 1 ਕਰੋੜ 51 ਲੱਖ ਨੂੰ ਪਾਰ ਕਰ ਚੁੱਕਾ ਹੈ, ਪਰ ਨਾਲ ਦੀ ਨਾਲ 92 ਲੱਖ ਦੇ ਕਰੀਬ ਲੋਕ ਜਿਹੜੇ ਨੇ ਸਿਹਤਯਾਬ ਵੀ ਹੋਏ ਨੇ। ਭਾਰਤ ਦੇ ਵਿੱਚ ਅੰਕੜਾ 12 ਲੱਖ ਨੂੰ ਪਾਰ ਕਰ ਗਿਆ ਹੈ, ਪਰ 7.5 ਲੱਖ ਦੇ ਦੇ ਨੇੜੇ ਜਿਹੜੇ ਲੋਕ ਨੇ ਉਹ ਸਿਹਤਯਾਬ ਹੋਏ ਨੇ। ਪਰ ਇੱਕ ਖਬਰ ਜਿਹੜੀ ਅੱਜ ਦੀਆਂ ਖਬਰਾਂ ਦੇ ਵਿੱਚ ਜਿਹੜੀ ਸੁਰਖੀ ਬਣੀ ਆ ਉਹ ਇਹ ਹੈ ਕਿ ਕੁਝ ਅਖਬਾਰਾਂ ਨੇ ਇਹ ਦਾਅਵਾ ਕੀਤਾ ਹੈ ਕਿ ਹਰ 2 ਸੈਕਿੰਡ ਦੇ ਵਿੱਚ ਇੱਕ ਨਵਾਂ ਮਰੀਜ਼ ਸਾਹਮਣੇ ਆ ਰਿਹਾ ਔਰ ਕੱਲ੍ਹ ਦੇ ਦਿਨ ਦੇ ਵਿੱਚ 48,294 ਜਿਹੜੇ ਨੇ ਮਾਮਲੇ ਇੱਕੋ ਦਿਨ ਦੇ ਵਿੱਚ ਰਿਕਾਰਡ ਬਣਾਏ ਨੇ। ਅਸੀਂ ਜਦੋਂ ਵੀ ਕਰੋਨਾ ਦੀ ਗੱਲ ਕਰਦੇ ਹਾਂ ਜਾਂ ਸੁਣਦੇ ਹਾਂ ਜੀ ਤਾਂ ਇਹਦੇ 'ਚ ਇੱਕ ਵਿਸ਼ੇਸ਼ ਗੱਲ ਜਿਹੜੀ ਹੈਗੀ ਹੈ ਸਾਰੇ ਡਾਕਟਰਸ ਦੇ ਵੱਲੋਂ, ਜਿੰਨੇ ਵੀ ਮਾਹਰ ਡਾਕਟਰ ਨੇ ਇਸ ਵਿਸ਼ੇ ਦੇ, ਹਾਂਜੀ, ਉਹ ਸਾਰੇ ਇਹ ਗੱਲ ਕਹਿੰਦੇ ਆ ਕਿ ਇਸ ਬਿਮਾਰੀ ਤੋਂ ਡਰਨ ਦੀ ਲੋੜ ਨਹੀਂ, ਹਾਂਜੀ, ਪਰ ਇਸ ਬਿਮਾਰੀ ਤੋਂ ਸੁਚੇਤ ਹੋਣ ਦੀ ਲੋੜ ਆ। ਯਾਨੀ ਕਿ ਜਿਹੜੇ ਇਤਿਹਾਸ ਜਿਹੜੇ ਦੱਸੇ ਗਏ ਆ, ਜਿਹੜੇ ਕਦਮ ਸਰਕਾਰ ਨੇ ਚੁੱਕੇ ਆ, ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਜਿਹੜਾ ਹੈਗਾ ਉਹ ਆਪਣੇ ਜੀਵਨ ਦੇ ਵਿੱਚ ਢਾਲਣ ਦੀ ਲੋੜ ਹੈ, ਲਾਗੂ ਕਰਨ ਦੀ ਲੋੜ ਹੈ। ਪਹਿਲੀ ਗੱਲ ਤਾਂ ਇਹ ਆ। ਦੂਜੀ ਗੱਲ ਇਹ ਆ ਕਿ ਅਸੀਂ ਮੀਡੀਆ ਆਮ ਤੌਰ 'ਤੇ ਇੱਕ ਸਨਸਨੀ ਪੈਦਾ ਕਰਨ ਵਾਸਤੇ ਸਭ ਤੋਂ ਪਹਿਲਾਂ ਇਹ ਦੱਸਦਾ ਹੈ ਕਿ ਮਰੀਜ਼ ਆਏ ਕਿੰਨੇ ਆ। ਹਾਂਜੀ, ਮੇਰੇ ਖਿਆਲ ਦੇ ਮੁਤਾਬਕ ਮਹੱਤਵਪੂਰਨ ਗੱਲ ਇਹ ਹੈਗੀ ਹੈ ਕਿ 7.5 ਲੱਖ ਤਕਰੀਬਨ ਜਿਹੜਾ ਮਰੀਜ਼ ਸੀ ਇਸ ਬਿਮਾਰੀ ਤੋਂ ਪੀੜਤ ਉਹ ਠੀਕ ਹੋਇਆ ਹੈ। ਬਿਲਕੁਲ। ਔਰ ਇਹ ਬਹੁਤ ਵੱਡਾ ਅੰਕੜਾ ਹੈ ਹਿੰਦੁਸਤਾਨ ਦੇ ਵਿੱਚ, ਖਾਸ ਕਰਕੇ ਜਿੱਥੇ ਅਸੀਂ ਇਹ ਗੱਲ ਕਹਿੰਦੇ ਕਿ
12 ਲੱਖ ਤੋਂ ਵੱਧ ਜਿਹੜੇ ਮਰੀਜ਼ ਆ ਹੁਣ ਤੱਕ ਉਹ ਇਸ ਬਿਮਾਰੀ ਤੋਂ ਪੀੜਤ ਹੋ ਚੁੱਕੇ ਆ ਲੋਕ ਜੀ। ਲੇਕਿਨ ਤੁਸੀਂ ਦੇਖੋ ਠੀਕ ਹੋਣ ਵਾਲਾ ਜਿਹੜਾ ਅੰਕੜਾ ਆ ਕਿਤੇ ਕਿਤੇ ਸਾਡੇ ਕੋਲੇ 80% ਤੋਂ ਉੱਪਰ ਠੀਕ ਹੋ ਰਹੇ ਮਰੀਜ਼, ਕਿਤੇ ਕਿਤੇ ਜੇ ਅਸੀਂ ਟੋਟਲੀ ਗੱਲ ਕਰੀਏ ਪੂਰੇ ਰਾਸ਼ਟਰ ਦੀ ਗੱਲ ਕਰੀਏ ਤਾਂ 60% ਤੋਂ ਉੱਪਰ ਜਿਹੜਾ ਨਤੀਜਾ ਆਉਣਾ ਇਹ ਆਪਣੇ ਆਪ 'ਚ ਬਹੁਤ ਵੱਡਾ ਇੱਕ ਆਸ਼ਾਵਾਦੀ ਮੈਂ ਸਮਝਦਾ ਰਿਜ਼ਲਟ ਹੈਗਾ। ਆ ਦਿੱਲੀ ਦੇ ਵਿੱਚ ਤੁਸੀਂ ਦੇਖੋ ਸਰਵੇ ਹੋਇਆ ਔਰ ਉੱਥੇ ਪਤਾ ਲੱਗਿਆ ਕਿ 84% ਲਗਭਗ ਜਿਹੜੇ ਇਸ ਬਿਮਾਰੀ ਤੋਂ ਪੀੜਤ ਮਰੀਜ਼ ਨੇ ਉਹ ਠੀਕ ਹੋਏ ਆ। ਬਿਲਕੁਲ। ਔਰ ਇਹ ਇੱਕ ਚੰਗੀ ਗੱਲ ਹੈਗੀ ਹੈ। ਓਵਰਆਲ ਤੁਸੀਂ ਦੇਖੋ ਪੂਰੀ ਦੁਨੀਆ ਦੇ ਵਿੱਚ ਇਸ ਬਿਮਾਰੀ ਨੇ ਪੈਰ ਪਸਾਰੇ ਹੋਏ ਆ, ਘਟਣ ਦੀ ਥਾਂ ਤੇ ਲਗਾਤਾਰ ਬਿਮਾਰੀ ਵੱਧ ਰਹੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਨਾਲ ਦੇ ਨਾਲ ਅਸੀਂ ਜੇ ਗੱਲ ਕਰੀਏ ਤਾਂ ਸਾਰਾ ਇਹ ਸਿਸਟਮ ਦੇ ਵਿੱਚ ਲੱਗਿਆ ਹੋਇਆ ਜਿਹੜਾ ਸਾਡਾ ਮੈਡੀਕਲ ਜਿਹੜੇ ਲੋਕ ਡਾਕਟਰ ਹੈਗੇ ਆ ਜਾਂ ਹੋਰ ਜਿਹੜੇ ਇਸ ਪੇਸ਼ੇ ਦੇ ਨਾਲ ਜੁੜੇ ਹੋਏ ਆ ਉਹ ਪੂਰੇ ਯਤਨ 'ਚ ਨੇ ਕਿ ਇਸ ਬਿਮਾਰੀ ਨੂੰ ਰੋਕਿਆ ਜਾਵੇ। ਜਦੋਂ ਤੱਕ ਵੈਕਸੀਨ ਨਹੀਂ ਆਉਂਦੀ ਉਨੀ ਦੇਰ ਤੱਕ ਜਿਹੜੇ ਹੋਰ ਜਿਹੜੇ ਇਹਦੇ ਪੱਖ ਹੈਗੇ ਆ, ਕਈ ਦਵਾਈਆਂ ਹੈਗੀਆਂ, ਕਈ ਦਵਾਈਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਅਪਲਾਈ ਵੀ ਕੀਤਾ ਜਾ ਰਿਹਾ ਹੈ ਔਰ ਉਹਨਾਂ ਦਵਾਈਆਂ ਨੂੰ ਇੱਕ ਤਰ੍ਹਾਂ ਨਾਲ ਟੈਸਟ ਵੀ ਕੀਤਾ ਜਾ ਰਿਹਾ ਕਿ ਕਿਹੜੀ ਦਵਾਈ ਜਿਹੜੀ ਹੈਗੀ ਹੈ ਉਹ ਮਰੀਜ਼ ਨੂੰ ਠੀਕ ਕਰ ਸਕਦੀ ਹੈ। ਔਰ ਕਈਆਂ ਥਾਵਾਂ ਤੋਂ ਜਿਹੜੀ ਸਾਡੇ ਕੋਲੇ ਜਿਹੜੇ ਸੰਦੇਸ਼ ਆ ਰਹੇ ਆ ਡਾਕਟਰਸ ਦੇ ਜਾਂ ਉਹ ਇਹ ਦੱਸ ਰਹੇ ਆ ਕਿ ਬਹੁਤੀਆਂ ਥਾਵਾਂ ਤੋਂ ਚੰਗੇ ਨਤੀਜੇ ਵੀ ਮਿਲ ਰਹੇ ਹਨ। ਔਰ ਇਤਿਹਾਤ ਜ਼ਰੂਰੀ ਹੈ। ਮਿਸਾਲ ਦੇ ਤੌਰ ਤੇ ਮਾਸਕ ਆ, ਮਾਸਕ ਰੋਜ਼ ਡਾਕਟਰ ਦੱਸ ਰਿਹਾ ਵੀ ਕਿਹੜਾ ਔਰ ਕਿਵੇਂ ਜਿਹੜਾ ਹੈਗਾ ਮੂੰਹ ਤੇ ਤੁਸੀਂ ਰੱਖਣਾ ਆ, ਨੱਕ ਮੂੰਹ ਨੂੰ ਚੰਗੀ ਤਰ੍ਹਾਂ ਢੱਕਣਾ ਹੈ ਔਰ ਦੂਰੀ ਬਣਾ ਕੇ ਰੱਖਣੀ ਹੈ। ਜਿਵੇਂ ਅਸੀਂ ਵੀ ਜੇ ਆਪਣੇ ਪ੍ਰੋਗਰਾਮ ਅੱਜ ਪੇਸ਼ ਕਰ ਰਹੇ ਹਾਂ, ਦੇ ਰਹੇ ਹਾਂ, ਤਾਂ ਸਾਡੇ ਦਰਮਿਆਨ ਵੀ ਪ੍ਰੋਪਰ ਉਹ ਦੂਰੀ ਹੈ ਜਿਹੜੀ ਸਰਕਾਰ ਨੇ ਨਿਸ਼ਚਿਤ ਕੀਤੀ ਹੋਈ ਹੈ। ਤਾਂ ਇਹ ਦੂਰੀ ਬਣਾ ਕੇ ਰੱਖੋ ਔਰ ਇਹਦੇ ਨਾਲ ਜਿਹੜਾ ਹੈਗਾ ਜਿੰਨੇ ਵੀ ਸਰਕਾਰ ਨੇ ਜਿਹੜੇ ਜੋ ਉਹਨਾਂ ਦੇ ਨਿਯਮ ਲਾਗੂ ਕਰੋ ਉਹਨੂੰ ਆਪਣੇ ਜੀਵਨ ਦੇ ਵਿੱਚ ਔਰ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਜੀ। ਸੋ ਰੁਕ ਕਰ ਲੈਂਦੇ ਅਗਲੀ ਖਬਰ ਦੇ ਵੱਲ। ਅਗਲੀ ਖਬਰ ਜਿਹੜੀ ਹੈ ਉਹ ਜੁੜੀ ਹੈ ਰਾਜਸਥਾਨ ਦੇ ਨਾਲ। ਬਹੁਤ ਦਿਨਾਂ ਤੋਂ ਜਿਹੜਾ ਰਾਜਸਥਾਨ ਦੇ ਗਲਿਆਰੇ ਨੇ, ਜੇ ਰਾਜਨੀਤਿਕ ਗਲਿਆਰੇ ਕਹੀਏ ਤਾਂ ਭਖ ਰਹੇ ਨੇ ਔਰ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਬਾਰ-ਬਾਰ ਸਾਹਮਣੇ ਆ ਰਹੀਆਂ ਨੇ। ਹੁਣ ਜੇ ਦੇਖਿਆ ਜਾਵੇ ਅੱਜ ਦੀ ਅਖਬਾਰ ਭਰੀ ਹੋਈ ਹੈ ਅਲੱਗ-ਅਲੱਗ ਸੁਰਖੀਆਂ ਦੇ ਨਾਲ, ਜਿਹਦੇ ਵਿੱਚ ਕਿ ਇੱਕ ਪਾਸੇ ਜਿਹੜੇ ਮੁੱਖ ਮੰਤਰੀ ਨੇ ਅਸ਼ੋਕ ਗਹਿਲੋਤ, ਉਹਨਾਂ ਨੇ ਚਿੱਠੀ ਲਿਖੀ ਪ੍ਰਧਾਨ ਮੰਤਰੀ ਦੇ ਨਾਮ, ਉਸ ਦਾ ਜ਼ਿਕਰ ਹੈ। ਇੱਕ ਪਾਸੇ ਸਚਿਨ ਪਾਇਲਟ ਨੇ ਜਿਹੜਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਜਾਰੀ ਕੀਤੀ ਹੈ, ਉਸ ਦੀ ਖਬਰ ਹੈ। ਔਰ ਅਸ਼ੋਕ ਗਹਿਲੋਤ ਦੇ ਭਰਾ ਦੇ ਉੱਤੇ ਜਿਹੜੇ ਈਡੀ ਦੇ ਛਾਪੇ ਪੈ ਰਹੇ ਨੇ ਉਸ ਦੀ ਵੀ ਖਬਰ ਹੈ। ਸੋ ਇਹ ਬਹੁਤ ਸਾਰਾ ਕੁਝ ਹੈ, ਇਸ ਨੂੰ ਕਿਸ ਤਰ੍ਹਾਂ ਬਿਆਨ ਕਰੋਗੇ? ਦੇਖੋ ਤੁਸੀਂ ਇੱਕਦਮ ਆਪਾਂ ਕਰੋਨਾ ਤੋਂ ਆਮ ਜੀਵਨ ਦੇ ਵਿੱਚ ਜਿਹੜਾ ਸਾਡਾ ਇੱਕ ਸਿਆਸੀ ਸੱਭਿਆਚਾਰ ਹੈ ਦੇਸ਼ ਦਾ, ਅਸੀਂ ਉਹਦੇ ਵਿੱਚ ਪਰਤ ਰਹੇ ਹਾਂ। ਯਾਨੀ ਕਿ ਜੀਵਨ ਜਿਹੜਾ ਹੈਗਾ ਉਹ ਚੱਲ ਰਿਹਾ ਹੈ ਜੀ। ਇਹ ਵੀ ਜਿਹੜਾ ਰਾਜਸਥਾਨ ਦੇ ਅਸੀਂ ਗੱਲ ਕਰ ਰਹੇ ਹਾਂ, ਲਗਾਤਾਰ ਇਹਨਾਂ ਦਿਨਾਂ ਦੇ ਦੌਰਾਨ ਰਾਜਸਥਾਨ ਖਾਸ ਕਰਕੇ ਸੁਰਖੀਆਂ 'ਚ ਬਣਿਆ ਹੋਇਆ ਹੈ ਸਿਆਸੀ ਨਕਸ਼ੇ ਦੇ ਉੱਪਰ ਜੇ ਅਸੀਂ ਗੱਲ ਕਰੀਏ। ਬਿਲਕੁਲ। ਔਰ ਸਚਿਨ ਪਾਇਲਟ ਨੌਜਵਾਨ ਹੈ, ਕਾਂਗਰਸ ਦਾ ਆਗੂ ਜੀ, ਔਰ ਉਹਨੇ ਥੋੜਾ ਬਾਗਿਆਨਾ ਸੁਰ ਜਿਹੜੇ ਹੈਗੇ ਆ ਉਹ ਦਿਖਾਏ ਆ ਕਾਂਗਰਸ ਨੂੰ ਔਰ ਆਪਣੇ ਐਮਐਲਏ ਲੈ ਕੇ ਉਹ ਇੱਕ ਯਤਨ 'ਚ ਹੈ ਕਿ ਉਹਨੂੰ ਜੋ ਸਥਾਨ ਮਿਲਦਾ, ਜੋ ਉਹਦੀ ਰਿਸਪੈਕਟ ਬਣਦੀ ਹੈ ਉਹਨੂੰ ਦਿੱਤੀ ਜਾਏ। ਔਰ ਜਦੋਂ ਉਹਨੇ ਬਾਗੀ ਤੇਵਰ ਦਿਖਾਏ ਆ ਤਾਂ ਇਹ ਕੁਦਰਤੀ ਗੱਲ ਹੈ ਕਿ ਪਾਰਟੀ ਦੇ ਡਿਸਿਪਲਿਨ ਨੂੰ ਮੁੱਖ ਰੱਖ ਕੇ ਕਾਂਗਰਸ ਵੀ ਜਰਾ ਉਹਦੇ ਅੱਗੇ ਪੂਰੀ ਅੜੀ ਹੋਈ ਹੈ। ਔਰ ਇਹ ਮਾਮਲਾ ਹੁਣ ਅਦਾਲਤ ਵਿੱਚ ਚਲਾ ਗਿਆ। ਜਿਵੇਂ ਤੁਸੀਂ ਕਹਿ ਰਹੇ ਹੋ, ਅਦਾਲਤ ਵਿੱਚ ਕਿਉਂ ਮਾਮਲਾ ਗਿਆ? ਕਿਉਂਕਿ ਸਪੀਕਰ ਨੇ ਜਿਹੜੇ ਸਚਿਨ ਪਾਇਲਟ ਦੇ ਨਾਲ ਜਿਹੜੇ ਬੰਦੇ ਹੈਗੇ ਆ, ਕੁਝ ਜਿਹੜੇ ਐਮਐਲਏਜ਼ ਹੈਗੇ ਆ, ਔਰ ਸਚਿਨ ਪਾਇਲਟ ਖੁਦ ਵੀ, ਉਹਨਾਂ ਤੇ ਬਹੁਤ ਸਿੱਧਾ ਦੋਸ਼ ਲੱਗ ਰਿਹਾ ਹੈ ਸਰਕਾਰ ਵੱਲੋਂ ਕਿ ਸਚਿਨ ਪਾਇਲਟ ਔਰ ਉਹਦੇ ਜਿਹੜੇ ਸਾਥੀ ਉਹਦੇ ਨਾਲ ਖੜੇ ਆ, ਉਹਨਾਂ ਨੇ ਸਰਕਾਰ ਨੂੰ ਗਿਰਾਉਣ ਦੀ ਸਾਜ਼ਿਸ਼ ਕੀਤੀ ਹੈ। ਔਰ ਉਹਨਾਂ ਨੂੰ ਜਿਹੜਾ ਹੈਗਾ ਨੋਟਿਸ ਜਾਰੀ ਕਰਤਾ ਗਿਆ ਸਪੀਕਰ ਵੱਲੋਂ ਕਿ ਕਿਉਂ ਨਾ ਤੁਹਾਨੂੰ ਜਿਹੜਾ ਹੈਗਾ ਵੀ ਅਸੀਂ ਤੁਹਾਡੀ ਵਿਧਾਨਕਾਰੀ ਜਿਹੜੀ ਹੈ ਉਹ ਵੀ ਖਤਮ ਕਰ ਦਈਏ। ਸੋ ਉਹਨਾਂ ਨੇ ਇਹ ਕੇਸ ਜਿਹੜਾ ਹੈਗਾ ਸੀ ਉਹ ਅਦਾਲਤ ਵਿੱਚ ਲੈ ਕੇ ਹਾਈ ਕੋਰਟ 'ਚ। ਬਿਲਕੁਲ। ਔਰ ਹਾਈ ਕੋਰਟ ਨੇ 24 ਜੁਲਾਈ ਤੱਕ ਯਾਨੀ ਕੱਲ੍ਹ ਤੱਕ ਜਿਹੜਾ ਹੈਗਾ ਇਹਦੇ ਤੇ ਸਥਿਤੀ ਨੂੰ ਜਿਹੜਾ ਹੈਗਾ ਉਹ ਜਿਉਂ ਦੀ ਤਿਉਂ ਰੱਖਿਆ ਆ ਔਰ ਉਹਨਾਂ ਨੇ ਸਪੀਕਰ ਨੂੰ ਕਿਹਾ ਕਿ ਤੁਸੀਂ ਅਗਲੇ ਆਦੇਸ਼ਾਂ ਤੱਕ ਕਾਰਵਾਈ ਨਹੀਂ ਕਰ ਸਕਦੇ। ਔਰ ਕਮਾਲ ਦੀ ਗੱਲ ਇਹ ਹੈਗੀ ਹੈ ਵੀ ਸਪੀਕਰ ਬਹੁਤ ਜਲਦਬਾਜ਼ੀ ਕਰ ਰਹੇ ਆ, ਬਹੁਤ ਕਾਲੇ ਆ, ਉਹ ਚਾਹੁੰਦੇ ਆ ਕਿ ਰਾਤੋਂ ਰਾਤ ਦਾ ਫੈਸਲਾ ਹੋ ਜਾਏ। ਉਹਨਾਂ ਨੇ ਹਾਈ ਕੋਰਟ ਦੇ ਇਸ ਆਦੇਸ਼ ਨੂੰ ਵੀ ਜਿਹੜਾ ਹੈਗਾ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕਰਤਾ, ਚੁਣੌਤੀ ਦੇ ਦਿੱਤੀ। ਔਰ ਇਹ ਇੱਕ ਤਰ੍ਹਾਂ ਦਾ ਜਿਹੜਾ ਮੈਂ ਤਾਂ ਇਹ ਸਮਝਦਾ ਵੀ ਸੰਵਿਧਾਨਿਕ ਜਿਹੜਾ ਸੰਕਟ ਹੈ ਨਾਲ ਨਾਲ ਉਹ ਵੀ ਚੱਲ ਰਿਹਾ ਹੈ। ਇਕੱਲਾ ਇਹ ਨਹੀਂ ਕਿ ਉੱਥੇ ਵਿਧਾਨਕ ਸੰਕਟ ਚੱਲ ਰਿਹਾ, ਸੰਵਿਧਾਨਕ ਸੰਕਟ ਵੀ ਜਿਹੜਾ ਹੈਗਾ ਉਹ ਵੀ ਨਾਲ ਇਹਨਾਂ ਨੇ ਖੜਾ ਕਰ ਲਿਆ ਆ। ਮੇਰਾ ਖਿਆਲ ਹੈ ਵੀ ਬਹੁਤ ਜ਼ਿਆਦਾ ਕਾਹਲੀ ਵੀ ਉੱਥੇ ਹੋ ਰਹੀ ਹੈ। ਸਚਿਨ ਪਾਇਲਟ ਵੱਲੋਂ ਵੀ ਕਾਹਲੀ ਕੀਤੀ ਜਾ ਰਹੀ ਹੈ ਕਿ ਉਹ ਵੀ ਚਾਹੁੰਦੇ ਆ ਕਿ ਫਟਾਫਟ ਜਿਹੜਾ ਹੈਗਾ ਮੈਨੂੰ
ਘੱਟੋ ਘੱਟ ਜਿਹੜਾ ਸੀਐਮ ਬਣਾਇਆ ਜਾਏ। ਲੇਕਿਨ ਦੂਜੇ ਪਾਸੇ ਜਿਹੜੇ ਵੱਡੇ ਇੱਕ ਆਪਾਂ ਘਾਟ ਜਿਹੜੇ ਸਿਆਸੀ ਆਗੂ ਕਹਿੰਦੇ ਆ ਗਹਿਲੋਤ ਵਰਗੇ ਬੰਦੇ ਉਹ ਖੜੇ ਆ ਔਰ ਉਹਨਾਂ ਨੇ ਆਪਣੀ ਤਰ੍ਹਾਂ ਦੇ ਇਹ ਕਾਂਗਰਸ ਦੇ ਵਿੱਚ ਇੱਕ ਬਹੁਤ ਵੱਡਾ ਸੰਕਟ ਮੈਂ ਕਹਿੰਦਾ ਇਸ ਵੇਲੇ ਰਾਜਸਥਾਨ ਦੇ ਵਿੱਚ ਚੱਲ ਰਿਹਾ ਹੈ। ਤੇ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਛਾਪੇ ਵੱਜ ਰਹੇ ਆ। ਹਾਂਜੀ ਬਿਲਕੁਲ, ਈਡੀ ਦੇ ਛਾਪੇ ਚੱਲ ਰਹੇ ਆ ਜੀ ਔਰ ਇਹਨੂੰ ਵੀ ਇਸ ਸਾਰੇ ਘਟਨਾਕ੍ਰਮ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਬਿਲਕੁਲ, ਔਰ ਇਹ ਹੁਣ ਦੇਖਣ ਵਾਲੀ ਗੱਲ ਹੈ ਕਿ ਇਹ ਈਡੀ ਦੇ ਜਿਹੜੇ ਛਾਪੇ ਆ ਇਹਦਾ ਕੋਈ ਵੱਖਰਾ ਇਹਦੇ ਤੋਂ ਕੋਈ ਕੰਸਰਨ ਇਹਦਾ ਸੰਬੰਧ ਹੈ ਜਾਂ ਇਹਦੇ ਨਾਲ ਹੀ ਕੋਈ ਸੰਬੰਧ ਹੈਗਾ ਜੀ। ਹਾਲਾਂਕਿ ਕਾਂਗਰਸ ਦਾ ਇਹੀ ਇਲਜ਼ਾਮ ਲਾ ਰਹੀ ਹੈ ਕਿ ਕੇਂਦਰ ਸਰਕਾਰ ਸਾਡੇ ਤੇ ਇੱਕ ਦਬਾਅ ਬਣਾਉਣ ਵਾਸਤੇ ਇਸ ਤਰ੍ਹਾਂ ਦੀ ਕਾਰਵਾਈ ਕਰ ਰਹੀ ਹੈ, ਸੀਐਮ ਤੇ ਦਬਾਅ ਬਣਾਉਣ ਲਈ ਕਾਰਵਾਈ ਕਰ ਰਹੀ ਹੈ। ਪਰ ਇਹ ਇੱਕ ਵੱਖਰਾ ਮਾਮਲਾ ਵੀ ਹੋ ਸਕਦਾ ਆ। ਇਹ ਵੀ ਅਸੀਂ ਨਹੀਂ ਕਹਿ ਸਕਦੇ ਕਿ ਉਹ ਦੁੱਧ ਧੋਤੇ ਆ ਤੇ ਉਹਨਾਂ ਦੇ ਉੱਤੇ ਈਡੀ ਦੇ ਛਾਪੇ ਨਹੀਂ ਵੱਜਣੇ ਚਾਹੀਦੇ। ਪਰ ਜੇ ਇਹਦਾ ਕੋਈ ਰਾਜਨੀਤਿਕ ਸੰਬੰਧ ਹੈ ਕਿਸੇ ਗੱਲ ਦਾ ਤਾਂ ਉਹ ਨਹੀਂ ਹੋਣਾ ਚਾਹੀਦਾ, ਬਸ ਇਹਦੇ 'ਚ ਹੀ ਆ ਜੀ। ਸੋ ਰੁਕ ਕਰਦੇ ਹਾਂ ਜੀ ਅਗਲੀ ਖਬਰ ਦੇ ਵੱਲ। ਅਗਲੀ ਖਬਰ ਜਿਹੜੀ ਉਹ ਪੰਜਾਬ ਤੋਂ ਹੈ। ਪੰਜਾਬ ਕੈਬਨਿਟ ਵੱਲੋਂ ਲੈਂਡ ਰਿਫਾਰਮ ਨੀਤੀ 'ਚ ਜਿਹੜੀ ਉਹ ਸੋਧ ਕੀਤੀ ਗਈ ਹੈ ਔਰ ਕਿਹਾ ਗਿਆ ਹੈ ਕਿ ਜੇ ਕੋਈ ਵੀ ਵਿਅਕਤੀ ਸਵੈ ਇੱਛਾ ਦੇ ਨਾਲ ਵਿਕਾਸ ਪ੍ਰੋਜੈਕਟਾਂ ਦੇ ਵਿੱਚ ਆਪਣੀ ਜ਼ਮੀਨ ਦਿੰਦਾ ਹੈ ਤਾਂ ਉਸ ਨੂੰ ਜ਼ਮੀਨ ਵੱਧ ਕਰਕੇ ਮੋੜੀ ਜਾਏਗੀ, ਚਾਹੇ ਉਹ ਇੰਡਸਟਰੀਅਲ ਹੋਏ ਚਾਹੇ ਕਮਰਸ਼ੀਅਲ ਹੋਏ। ਨਹੀਂ, ਇਹ ਮਾਮਲਾ ਇਸ ਤਰ੍ਹਾਂ ਹੈ ਕਿ ਲੈਂਡ ਪੂਲਿੰਗ ਜਿਹੜੀ ਹੈ ਇਹ ਨੀਤੀ 2008 'ਚ ਬਣੀ ਸੀ ਪੰਜਾਬ 'ਚ ਔਰ ਵੱਖ-ਵੱਖ ਸਮੇਂ ਸਰਕਾਰਾਂ ਜਿਹੜੀਆਂ ਇਹਦੇ 'ਚ ਸੋਧ ਕਰਦੀਆਂ ਆਈਆਂ ਲੋੜ ਮੁਤਾਬਕ ਜੀ। ਔਰ ਇੱਕ ਵਾਰ ਫਿਰ ਜਿਹੜੀ ਹੈਗੀ ਹੈ ਇਹ ਨਵੀਂ ਨੀਤੀ ਯਾਨੀ ਕਿ ਇਹਨੂੰ ਸੋਧ ਕੇ ਦੁਬਾਰਾ ਜਿਹੜਾ ਹੈਗਾ ਇਸ ਨੀਤੀ ਨੂੰ ਬਣਾਇਆ ਜਾ ਰਿਹਾ ਹੈ। ਉਹਦੇ ਵਿੱਚ ਪਹਿਲਾਂ ਇਹ ਹੁੰਦਾ ਸੀ ਕਿ ਤੁਸੀਂ ਆਪਣੀ ਜਦੋਂ ਜਿਹਦੀ ਜ਼ਮੀਨ ਅਕਵਾਇਰ ਕਰਦੇ ਸੀ ਉਹਦਾ ਇੱਕ ਮੁੱਲ ਤੈਅ ਕਰ ਲਿਆ ਜਾਂਦਾ ਸੀਗਾ ਔਰ ਉਹਦੀ ਜਿਹੜੀ ਰਕਮ ਆ ਉਹ ਰਕਮ 2 ਸਾਲ ਦੇ ਅੰਦਰ ਅੰਦਰ ਜਿਹੜੀ ਉਹਨੂੰ ਮਾਲਕ ਨੂੰ ਦੇਣੀ ਬਣਦੀ ਸੀ। ਸਰਕਾਰਾਂ ਪਹਿਲਾਂ ਇਸ ਤਰ੍ਹਾਂ ਕਰਦੀਆਂ ਆਈਆਂ ਸੀ। ਲੇਕਿਨ ਇਹਦੇ ਵਿੱਚ ਪੰਜਾਬ ਸਰਕਾਰ ਨੇ ਸੋਧ ਕਰਕੇ ਹੁਣ ਨਵੇਂ ਤਰੀਕੇ ਨਾਲ ਇਹਨੂੰ ਇਸ ਤਰ੍ਹਾਂ ਬਣਾਇਆ ਹੈ ਕਿ ਜਿਹੜੀ ਜ਼ਮੀਨ ਉਹਨਾਂ ਨੇ ਲੈਣੀ ਹੈ ਕਿਸਾਨ ਤੋਂ ਯਾਨੀ ਕਿ ਉਦਯੋਗ ਲਈ ਜਾਂ ਕਮਰਸ਼ੀਅਲ ਜਿਹੜੀ ਹੈਗੀ ਹੈ ਉਹਦੇ ਵਾਸਤੇ ਜਿਵੇਂ ਮਾਰਕੀਟ ਬਣਾਉਣੀ ਹੈ ਜਾਂ ਹੋਰ ਕੁਝ ਕਰਨਾ ਹੈ ਤੇ ਜਾਂ ਜਿਹੜੇ ਰੈਜ਼ੀਡੈਂਸ਼ੀਅਲ ਜਿਹੜੇ ਘਰ ਬਣਾਉਣ ਵਾਸਤੇ ਜਿਹੜੀ ਜ਼ਮੀਨ ਅਕਵਾਇਰ ਕਰਨੀ ਹੈ ਉਹਦੇ ਵਾਸਤੇ ਉਹਨਾਂ ਨੇ ਇਹ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਹੈਗਾ ਉਹ ਇੱਕ ਰਵੱਈਆ ਅਪਣਾਇਆ ਆ ਕਿ ਜੇ ਤੁਸੀਂ ਉਦਯੋਗਾਂ ਦੇ ਵਾਸਤੇ ਜ਼ਮੀਨ ਦਿੰਦੇ ਆ ਤਾਂ ਉਹਦੇ ਬਦਲੇ ਵਿੱਚ ਤੁਹਾਨੂੰ ਉੱਥੇ ਉਨੇ ਹੀ ਕੀਮਤੀ ਜਿਹੜੇ ਹੈਗੇ ਆ ਉਹ ਪਲਾਟ ਦਿੱਤੇ ਜਾਣਗੇ ਔਰ ਜੇ ਤੁਹਾਡੀ ਜ਼ਮੀਨ ਜਿਹੜੀ ਹੈਗੀ ਹੈ ਉਹ ਘਰਾਂ ਵਾਸਤੇ ਐਕਵਾਇਰ ਕੀਤੀ ਜਾਂਦੀ ਹੈ ਤਾਂ ਤੁਹਾਨੂੰ ਉੱਥੇ ਘਰੇਲੂ ਪਲਾਟ ਜਿਹੜੇ ਹੈਗੇ ਆ ਉਹ ਦਿੱਤੇ ਜਾਣਗੇ। ਔਰ ਇਹਦੇ ਵਿੱਚ ਇੱਕ ਹੋਰ ਵੀ ਉਹਨਾਂ ਨੇ ਗੱਲ ਕਹੀ ਹੈ ਕਿ ਇਹਦੇ ਵਿੱਚ ਜਿਹੜੀ ਪਾਰਕਿੰਗ ਦਾ ਏਰੀਆ ਹੈਗਾ ਉਹ ਵੱਖਰਾ ਹੋਏਗਾ, ਉਹ ਇਹਦੇ ਵਿੱਚ ਸ਼ਾਮਲ ਨਹੀਂ ਹੋਏਗਾ। ਔਰ ਇਸੇ ਤਰ੍ਹਾਂ ਕਮਰਸ਼ੀਅਲ ਦਾ ਵੀ ਉਹਨਾਂ ਨੂੰ ਪਲਾਟ ਦਿੱਤਾ ਜਾਏਗਾ। ਪਰ ਨਾਲ ਇੱਕ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਸਰਕਾਰ ਨੇ, ਕੈਬਨਿਟ ਨੇ, ਕਿ ਮੰਨ ਲਓ ਤੁਸੀਂ ਜ਼ਮੀਨ ਜਿਹੜੀ ਹੈਗੀ ਹੈ ਜਿਹੜੀ ਤੁਹਾਨੂੰ ਦਿੱਤੀ ਹੈ, ਤੁਹਾਡੀ ਜ਼ਮੀਨ ਅਕਵਾਇਰ ਕਰਨ ਦੇ ਬਦਲੇ ਜਿਹੜੀ ਜ਼ਮੀਨ ਦਿੱਤੀ ਹੈ, ਜੇ ਤੁਸੀਂ ਉਹਨੂੰ ਵੇਚ ਕੇ ਅੱਗੇ ਕਿਤੇ ਹੋਰ ਜ਼ਮੀਨ ਲੈਣਾ ਚਾਹੁੰਦੇ ਹੋਵੋਗੇ, ਖੇਤੀਯੋਗ ਜ਼ਮੀਨ ਲੈਣਾ ਚਾਹੁੰਦੇ ਹੋਵੋਗੇ ਤਾਂ ਸਰਕਾਰ ਉਹਦੇ ਵਿੱਚ ਹੋਰ ਵੀ ਸਹਿਯੋਗ ਕਰੇਗੀ। ਔਰ ਇਹ ਦੇਖਾਂਗੇ ਕਿ ਇਹਦੇ ਜਿਹੜੇ ਨਤੀਜੇ ਆ ਕਿੰਨੇ ਕੁ ਪੱਖੀ ਕਿਸਾਨਾਂ ਵੱਲੋਂ ਮਿਲਦੇ ਆ ਸਰਕਾਰ ਨੂੰ। ਪਰ ਇਹ ਹੈ ਕਾਫੀ ਦਿਲਚਸਪ। ਹਾਲਾਂਕਿ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਜ਼ਮੀਨ ਜਿਹੜੀ ਹੈਗੀ ਉਹ ਐਕਵਾਇਰ ਕੀਤੀ ਜਾਂਦੀ ਸੀ, ਖਾਸ ਕਰਕੇ ਚੰਡੀਗੜ੍ਹ ਦੇ ਵਿੱਚ ਜੇ ਮੈਂ ਗੱਲ ਕਰਾਂ ਕੇਂਦਰੀ ਸ਼ਾਸਿਤ ਪ੍ਰਦੇਸ਼ ਵਾਸਤੇ, ਤਾਂ ਉੱਥੇ ਜਿਹੜਾ ਉਹਦੇ ਬਦਲੇ ਵਿੱਚ ਉਹਨਾਂ ਨੇ ਪਲਾਟ ਜਿਹੜੇ ਹੈਗੇ ਸੀ ਕਿਸਾਨਾਂ ਨੂੰ ਦਿੱਤੇ ਸੀ ਪੈਸੇ ਦੇ ਨਾਲ ਔਰ ਪਲਾਟ ਜਿਹੜੇ ਆ ਉਹ ਅੱਜ ਵੀ ਕਈ ਕਿਸਾਨਾਂ ਕੋਲ ਸ਼ੋਰੂਮ ਹੈਗੇ ਆ ਉੱਥੇ। ਇਸ ਤਰ੍ਹਾਂ ਹੋ ਸਕਦਾ ਹੈ ਕਿ ਜਿਹੜਾ ਕਿਸਾਨ ਆ ਉਹਨੂੰ ਜੇ ਸਮਝਾਇਆ ਜਾਏ ਤਾਂ ਕਿਸਾਨ ਸਰਕਾਰ ਦੇ ਨਾਲ ਸਹਿਮਤ ਹੋ ਜਾਏ। ਪਰ ਇਹਦੇ ਹਾਲੇ ਨਤੀਜੇ ਦੇਖਣੇ ਹਾਲੇ ਬਾਕੀ ਹੈ। ਕਿਸਾਨਾਂ ਦਾ ਕੀ ਰਵੱਈਆ, ਕਿਸਾਨ ਇਹਨੂੰ ਕਿਵੇਂ ਸਮਝ ਰਹੇ ਆ, ਕਿਸਾਨਾਂ ਨੂੰ ਇਸ ਗੱਲ ਦੀ ਸਮਝ ਆ ਰਹੀ ਹੈ, ਸਰਕਾਰ ਸਮਝਾਉਣ ਦੇ ਵਿੱਚ ਸਫਲ ਹੋਏਗੀ ਜਾਂ ਨਹੀਂ ਹੋਏਗੀ, ਇਹ ਚੀਜ਼ਾਂ ਹਾਲੇ ਸਾਹਮਣੇ ਆਉਣੀਆਂ। ਆਉਣ ਵਾਲੇ ਦਿਨਾਂ 'ਚ ਦੇਖਦੇ ਆ ਕਿ ਇਸ ਨੀਤੀ ਨੂੰ ਕਿੰਨਾ ਕੁ ਹੁੰਗਾਰਾ ਮਿਲਦਾ ਹੈ। ਸੋ ਕਰੋਨਾ ਦੇ ਚਲਦਿਆਂ ਜਿਹੜੇ ਸਰਕਾਰਾਂ ਨੂੰ ਲਗਾਤਾਰ ਘਾਟੇ ਪੈ ਰਹੇ ਨੇ। ਅਗਲੀ ਖਬਰ ਜਿਹੜੀ ਉਹ ਪੰਜਾਬ ਦੇ ਨਾਲ ਜੁੜੀ ਹੋਈ, ਇੱਕ ਖਬਰ ਨਹੀਂ ਹੈ, ਬਹੁਤ ਸਾਰੀਆਂ ਨੇ ਕਿਉਂਕਿ ਅਲੱਗ-ਅਲੱਗ ਅਖਬਾਰਾਂ ਦੇ ਵਿੱਚ ਖਬਰਾਂ ਨੇ। ਔਰ ਇੱਕ ਖਬਰ ਕਹਿ ਰਹੀ ਹੈ ਕਿ ਜਿਹੜੇ 40 ਮਹਿਕਮੇ ਨੇ, ਸਰਕਾਰੀ ਮਹਿਕਮੇ, ਉਹ ਬਿਜਲੀ ਬਿੱਲ ਡਿਫਾਲਟਰ ਹੋ ਚੁੱਕੇ ਨੇ। ਤਹਿਸੀਲਾਂ ਦੇ ਵਿੱਚ ਰਜਿਸਟਰੀਆਂ ਦਾ ਜਿਹੜਾ ਰਿਕਾਰਡ ਹੈ ਉਹਦੇ ਵਿੱਚ ਭਾਰੀ ਗਿਰਾਵਟ ਆਈ ਹੈ। ਔਰ ਸਭ ਤੋਂ ਵੱਡੀ ਇੱਕ ਹੋਰ ਨਿਊਜ਼ ਜਿਹੜੀ ਹੈ ਉਹ ਖਬਰ ਹੈ ਉਹ ਇਹ ਹੈ ਕਿ ਸਰਕਾਰੀ ਬੱਸਾਂ ਵੀ ਜਿਹੜੀਆਂ ਵੱਡੇ ਘਾਟੇ ਦੇ ਵਿੱਚ ਚੱਲ ਰਹੀਆਂ ਨੇ। ਇਹ ਸਾਰਾ ਵਰਤਾਰਾ ਜਿਹੜਾ ਇਹ ਸਾਰਾ ਘਾਟਾ ਹੈ, ਕਿਸ ਤਰ੍ਹਾਂ ਵੇਖਦੇ ਹੋ ਇਸ ਨੂੰ? ਦੇਖੋ, ਮੈਂ ਇਸ ਵਰਤਾਰੇ ਨੂੰ ਇਸ ਤਰ੍ਹਾਂ ਦੇਖ ਰਿਹਾ ਹਾਂ ਕਿ ਜਦੋਂ ਅਸੀਂ ਕਰੋਨਾ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਭਾਵੇਂ ਇਹ ਬਿਮਾਰੀ
ਕੱਲ ਨੂੰ ਖਤਮ ਹੋ ਜਾਏ, ਹਾਂਜੀ, ਤੇ ਭਾਵੇਂ ਇਸ ਬਿਮਾਰੀ ਨੂੰ ਸਾਲ 2 ਸਾਲ ਹਲੇ ਲੱਗ ਜਾਣ। ਜੀ, ਇਹ ਬੜੀ ਸਾਫ਼ ਗੱਲ ਹੋ ਚੁੱਕੀ ਹੈ ਕਿ ਸਾਨੂੰ ਜਿਹੜੀ ਯੋਜਨਾ ਬੰਦੀ ਹੈ ਉਹਦੇ ਬਾਰੇ ਦੁਬਾਰਾ ਤੋਂ ਜ਼ਰੂਰ ਸੋਚਣਾ ਪਏਗਾ। ਸਾਡੀ ਸਟੇਟ ਨੂੰ ਵੀ ਸੋਚਣਾ ਪਏਗਾ, ਪੂਰੇ ਦੇਸ਼ ਨੂੰ ਵੀ ਸੋਚਣਾ ਪਏਗਾ। ਹਾਂਜੀ, ਔਰ ਹਰ ਪਾਸੇ ਘਾਟੇ ਪਏ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਜੇ ਬੱਸ ਦੀ ਗੱਲ ਕਰੋ ਤਾਂ ਸਰਕਾਰ ਨੇ ਬੱਸਾਂ ਚਲਾਈਆਂ ਕਿਉਂਕਿ ਲੋਕ ਬੜੇ ਪਰੇਸ਼ਾਨ ਸੀ, ਜੇ ਕਿਤੇ ਕਿਸੇ ਨੇ ਜਾਣਾ ਆ ਉਹਦੇ ਵਾਸਤੇ ਕੋਈ ਸਾਧਨ ਹੀ ਨਹੀਂ ਸੀ। ਬਿਲਕੁਲ। ਸੋ ਜਿਹਦੇ ਕੋਲ ਆਪਣਾ ਕੋਈ ਕਾਰ ਨਹੀਂ, ਕੋਈ ਇਸ ਤਰ੍ਹਾਂ ਦਾ ਵਸੀਲਾ ਨਹੀਂ ਹੈਗਾ, ਉਹਦੇ ਲਈ ਤਾਂ ਬੱਸ ਇੱਕ ਜ਼ਰੀਆ ਸੀ ਨਾ। ਹਾਂਜੀ। ਪਰੰਤੂ ਲੋਕ ਡਰਦੇ ਵੀ ਹੈ ਵੀ ਜੇ ਅਸੀਂ ਮੰਨ ਲਓ ਵੀ 3 ਸੀਟਾਂ ਵਾਲੀ ਇੱਕ ਜਿਹੜੀ 3 ਸਵਾਰੀਆਂ ਵਾਸਤੇ ਇੱਕ ਸੀਟ ਹੈ ਜੀ, ਜੇ 3 ਲੋਕ ਨਾਲ ਬਹਿਣਗੇ ਤੇ ਕਿਤੇ ਮੈਨੂੰ ਕਰੋਨਾ ਨਾ ਹੋ ਜਾਏ, ਭਾਵੇਂ ਸਰਕਾਰ ਨੇ ਪ੍ਰਬੰਧ ਕੀਤੇ ਹੋਣ, ਭਾਵੇਂ ਸਰਕਾਰ ਇਸ ਗੱਲ ਦੀ ਤਸੱਲੀ ਦਵਾ ਰਹੀ ਹੋਵੇ ਕਿ ਨਹੀਂ ਅਸੀਂ ਪੂਰੇ ਪ੍ਰਬੰਧ ਕੀਤੇ ਹੋਏ ਆ, ਤੁਸੀਂ ਆਪਣਾ ਮਾਸਕ ਲਾਓ ਔਰ ਤੁਸੀਂ ਇਤਿਹਾਤ ਪੂਰੀ ਵਰਤ ਕੇ ਤੁਸੀਂ ਬੈਠੋ, ਤੁਹਾਨੂੰ ਕੁਝ ਨਹੀਂ ਹੋਵੇਗਾ। ਪਰ ਫਿਰ ਵੀ ਲੋਕ ਡਰ ਰਹੇ ਆ ਔਰ ਸਵਾਰੀਆਂ ਜਿਹੜੀਆਂ ਹੈਗੀਆਂ ਉਹ ਪੂਰੀਆਂ ਬੱਸਾਂ 'ਚ ਨਹੀਂ ਹੁੰਦੀਆਂ। ਕਾਫੀ ਬੱਸਾਂ ਜਿਹੜੀਆਂ ਹੈਗੀਆਂ ਕਿਤੇ 50%, ਕਿਤੇ 70%, ਕਿਤੇ 60% ਖਾਲੀ ਜਾ ਰਹੀਆਂ। ਹਾਂਜੀ। ਔਰ ਖਾਲੀ ਜਾ ਰਹੀਆਂ ਤੇ ਕੁਦਰਤੀ ਗੱਲ ਆ, ਤੇਲ ਤਾਂ ਉਹਨਾਂ ਹੀ ਬਲਣਾ ਆ। ਬਿਲਕੁਲ। ਤੇ 2 ਮੁਲਾਜ਼ਮ ਜਿਹੜੇ ਹੈਗੇ ਉਹ ਵੀ ਉਹਦੇ ਵਿੱਚ ਹੈਗੇ ਆ, ਕੰਡਕਟਰ ਵੀ ਹੈ, ਡਰਾਈਵਰ ਵੀ ਹੈ। ਬਿਲਕੁਲ। ਸੋ ਸਰਕਾਰ ਦਾ ਖਰਚਾ ਓਨਾ ਹੋ ਰਿਹਾ ਪਰ ਸਰਕਾਰ ਨੂੰ ਮੁਨਾਫਾ ਓਨਾ ਨਹੀਂ ਮਿਲ ਰਿਹਾ। ਬਿਲਕੁਲ ਜੀ। ਦੂਜੀ ਗੱਲ ਜਿਹੜੇ ਸਰਕਾਰੀ ਦਫ਼ਤਰਾਂ ਦੀ ਗੱਲ ਕਰਦੇ ਆ, ਇਹਦੇ ਬਾਰੇ ਮੈਨੂੰ ਥੋੜੀ ਜਿਹੀ ਸਮਝ ਜਿਹੜੀ ਹੈਗੀ ਉਹ ਨਹੀਂ ਆ ਰਹੀ ਇਸ ਗੱਲ ਦੀ, ਕਿਉਂਕਿ ਸਰਕਾਰੀ ਦਫ਼ਤਰ ਇਸ ਤੋਂ ਪਹਿਲਾਂ ਵੀ ਡਿਫਾਲਟ ਰਹੇ ਆ ਬਿਜਲੀ ਦੇ। ਮੈਂ ਪਿਛਲੇ ਦਿਨਾਂ 'ਚ ਇੱਕ ਖਬਰ ਜਿਹੜੀ ਹੈਗੀ ਉਹ ਆ ਰਹੀ ਸੀ ਸਾਨੂੰ, ਕਿਸੇ ਸਾਡੇ ਪੰਜਾਬ ਦੇ ਦੂਰ ਦੁਰੇਡੇ ਦੀ ਜਗ੍ਹਾ ਦੀ ਗੱਲ ਹੈਗੀ ਆ ਕਿ ਇੱਕ ਜੇਈ ਸਾਹਿਬ ਦੇ ਕਿਤੇ ਉਹਨਾਂ ਨੇ ਚਲਾਨ ਕੱਟ ਦਿੱਤਾ ਤੇ ਉਹਨਾਂ ਨੇ ਜਾ ਕੇ ਥਾਣੇ ਦੀ ਬਿਜਲੀ ਕੱਟਤੀ। ਸੋ ਜਿਹੜੇ ਇਹ ਹੁਣ ਥਾਣੇ ਦੀ ਬਿਜਲੀ ਕਿਉਂ ਕੱਟੀ ਕਿ ਉਹ ਕਹਿੰਦੇ ਜੀ ਇਹ ਬੜੇ ਲੰਬੇ ਸਮੇਂ ਤੋਂ ਜਿਹੜੀ ਇਹ ਗੈਰ ਕਾਨੂੰਨੀ ਚੱਲ ਰਹੀ ਸੀ। ਸੋ ਸਰਕਾਰੀ ਦਫ਼ਤਰਾਂ ਦੇ ਜਿਹੜੇ ਹਾਲਤ ਆ, ਪਹਿਲਾਂ ਸਾਡੇ ਟੈਲੀਫੋਨ ਜਿਹੜੇ ਲੈਂਡਲਾਈਨ ਟੈਲੀਫੋਨ ਸੀ ਉਹਨਾਂ ਦੇ ਬਿੱਲ ਵੀ ਦੇਣ ਦੇ ਵਿੱਚ ਬੜੀਆਂ ਕੁਤਾਹੀਆਂ ਹੁੰਦੀਆਂ ਸੀ ਸਰਕਾਰੀ ਦਫ਼ਤਰਾਂ ਵੱਲੋਂ। ਸੋ ਇਹਦੇ ਵਿੱਚ ਕਈ ਮਾਮਲੇ ਹੋ ਸਕਦੇ ਆ, ਇਹਦੇ 'ਚ ਇੱਕ ਕਰੋਨਾ ਵੀ ਕਾਰਨ ਹੋ ਸਕਦਾ ਆ ਤੇ ਇੱਕ ਪੁਰਾਣੇ ਜਿਹੜੇ ਉਹਨਾਂ ਦੇ ਬਿੱਲ ਜਿਹੜੇ ਪੈਂਡਿੰਗ ਪਏ ਆ, ਜਿਹੜੀ ਕਿ ਸਰਕਾਰੀ ਹਮੇਸ਼ਾ ਕੁਤਾਹੀ ਕਰਦੇ ਦਫ਼ਤਰਾਂ 'ਚ ਹੁੰਦੀ ਹੈ ਇਸ ਤਰ੍ਹਾਂ ਦੀ, ਉਹ ਵੀ ਇੱਕ ਕਾਰਨ ਹੋ ਸਕਦਾ ਹੈ। ਜੀ। ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ ਜੀ। ਬਹੁਤ ਦੇਰ ਤੋਂ ਜਦੋਜਹਿਦ ਚੱਲ ਰਹੀ ਸੀ ਸਕੂਲਾਂ, ਪ੍ਰਾਈਵੇਟ ਸਕੂਲਾਂ ਤੇ ਪਰਿਵਾਰਾਂ ਦੇ ਵਿੱਚ, ਪੇਰੈਂਟਸ ਦੇ ਵਿੱਚ, ਪਰ ਗੁਜਰਾਤ ਸਰਕਾਰ ਦੇ ਵੱਲੋਂ ਨਿਰਦੇਸ਼ ਦਿੱਤੇ ਗਏ ਨੇ ਪ੍ਰਾਈਵੇਟ ਸਕੂਲਾਂ ਨੂੰ ਕਿ ਜਦੋਂ ਤੱਕ ਸਕੂਲ ਬੰਦ ਨੇ ਉਦੋਂ ਤੱਕ ਟਿਊਸ਼ਨ ਫੀਸ ਜਿਹੜੀ ਉਹ ਨਾ ਲਈ ਜਾਵੇ। ਬਹੁਤ ਅੱਛੀ ਗੱਲ, ਇਹ ਬਹੁਤ ਅੱਛੀ ਖਬਰ ਹੈ, ਖਾਸ ਕਰਕੇ ਗੁਜਰਾਤ ਵੱਲੋਂ ਜਿਹੜੀ ਖਬਰ ਆਈ ਹੈ। ਹਾਂਜੀ। ਔਰ ਇਹਦੇ ਵਿੱਚ ਹੁਣ ਇੱਕ ਵਾਰ ਫਿਰ ਆਪਾਂ ਇਹ ਗੱਲ ਕਵਾਂਗੇ ਪ੍ਰਧਾਨ ਮੰਤਰੀ ਦਾ ਜਿਹੜਾ ਜਿੱਥੇ ਮੁੱਖ ਮੰਤਰੀ ਰਿਹਾ ਸੂਬੇ ਨੇ ਫੈਸਲਾ ਕੀਤਾ ਆ, ਇਹਦੇ 'ਚ ਦੇਖੋ ਸਾਡੇ ਪੰਜਾਬ ਦੇ ਅੰਦਰ ਜੇ ਅਸੀਂ ਗੱਲ ਕਰੀਏ ਤਾਂ ਤੁਹਾਨੂੰ ਪਤਾ ਹੈ ਵੀ ਇਹ ਮਾਮਲਾ ਜਿਹੜਾ ਹੈ ਇਹ ਅਦਾਲਤ ਵਿੱਚ ਚੱਲ ਰਿਹਾ ਹੈ ਔਰ ਅਦਾਲਤ ਨੇ ਹਾਲੇ ਤੱਕ ਇਹਦੇ ਬਾਰੇ ਕੋਈ ਫੈਸਲਾ ਨਹੀਂ ਦਿੱਤਾ। ਇਹਦੇ ਵਿੱਚ ਹਾਲਾਂਕਿ ਅਦਾਲਤ ਦੀ ਇੱਕ ਦਿਲਚਸਪੀ ਇਹ ਵੀ ਸੀ ਕਿ ਮਾਪੇ, ਸਰਕਾਰ ਤੇ ਸਕੂਲ ਜਿਹੜੇ ਹੈਗਾ ਆਪਸ ਵਿੱਚ ਜਿਹੜਾ ਇਹਦੇ ਬਾਰੇ ਕੋਈ ਕਿਸੇ ਨਤੀਜੇ ਤੇ ਪੁੱਜਣ ਗੱਲਬਾਤ ਕਰਕੇ, ਲੇਕਿਨ ਇਸ ਵੇਲੇ ਹੈ ਬਹੁਤ ਮੁਸ਼ਕਲ ਮਾਪਿਆਂ ਨੂੰ। ਸਰਕਾਰੀ ਸਕੂਲਾਂ ਦੀਆਂ ਫੀਸਾਂ ਬਹੁਤ ਜ਼ਿਆਦਾ ਭਾਰੀ ਹੈਗੀਆਂ, ਪ੍ਰਾਈਵੇਟ ਸਕੂਲਾਂ ਦੀ, ਹਾਂ ਪ੍ਰਾਈਵੇਟ ਖਾਸ ਕਰਕੇ, ਸਰਕਾਰੀ ਸਕੂਲ ਤਾਂ ਨਾ ਬਰਾਬਰ ਫੀਸਾਂ ਲੈਂਦੇ ਆ। ਔਰ ਉਹ ਫੀਸਾਂ ਦੇਣ ਦੇ ਵਿੱਚ ਕਿਉਂਕਿ ਦੇਖੋ ਕਾਰੋਬਾਰ ਬਹੁਤ ਸਾਰੇ ਠੱਪ ਹੋ ਗਏ ਲੋਕਾਂ ਦੇ, ਨੌਕਰੀਆਂ ਚਲੀਆਂ ਗਈਆਂ ਔਰ ਇਹ ਸਿਰਫ ਸਾਡੇ ਦੇਸ਼ ਵਿੱਚ ਜਾਂ ਸਾਡੇ ਸੂਬੇ ਵਿੱਚ ਨਹੀਂ ਹੋਇਆ, ਸਾਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਹਾਲਾਤ ਬਣੇ ਹੋਏ ਆ ਔਰ ਲੋਕਾਂ ਦੇ ਜਿਹੜੇ ਛੋਟੇ ਛੋਟੇ ਕਾਰੋਬਾਰ ਸੀ ਉਹ ਤਬਾਹ ਹੋ ਗਏ। ਔਰ ਖਾਸ ਕਰਕੇ ਜਿਹੜੇ ਹੈਗੇ ਆ ਇਸ ਵੇਲੇ ਜੇ ਆਪਾਂ ਗੱਲ ਕਰੀਏ ਮਿਡਲ ਕਲਾਸ ਵੀ ਕਾਫੀ ਦਬਾਅ 'ਚ ਹੈ, ਮੈਂ ਸਮਝਦਾ ਹਾਂ। ਔਰ ਇਹ ਸਾਰੇ ਹਾਲਾਤ ਨੂੰ ਮੁੱਖ ਰੱਖਦੇ ਹੋਏ ਸਕੂਲ ਪ੍ਰਸ਼ਾਸਨ ਨੂੰ ਇਹਦੇ ਬਾਰੇ, ਸਾਡੇ ਪੰਜਾਬ ਦੇ ਸਕੂਲਾਂ ਨੂੰ ਵੀ ਸੋਚਣਾ ਪਏਗਾ, ਸਾਡੇ ਹੋਰ ਵੀ ਜਿਹੜੀਆਂ ਸਟੇਟਾਂ ਹੈ ਹਿੰਦੁਸਤਾਨ ਦੀਆਂ, ਹੋਰ ਰਾਜ ਜਿਹੜੇ ਹੈਗੇ ਉਹਨਾਂ ਸਕੂਲਾਂ ਨੂੰ ਵੀ ਸੋਚਣਾ ਪਏਗਾ, ਕੋਈ ਵਿਚਕਾਰਲਾ ਰਸਤਾ ਜਿਹੜਾ ਹੈਗਾ ਉਹ ਲੱਭਣਾ ਪਏਗਾ ਤਾਂ ਕਿ ਮਾਪਿਆਂ ਦੀ ਫਰਸਟ੍ਰੇਸ਼ਨ ਵੀ ਖਤਮ ਕੀਤੀ ਜਾਏ ਇਸ ਵੇਲੇ। ਕਿਉਂਕਿ ਦੇਖੋ ਸਕੂਲਾਂ ਦੇ ਵਿੱਚ ਬੱਚੇ ਤਾਂ ਜਾ ਨਹੀਂ ਰਹੇ, ਬਿਲਕੁਲ ਠੀਕ ਹੈ, ਆਨਲਾਈਨ ਪੜ੍ਹਾ ਰਹੇ ਆ, ਆਨਲਾਈਨ ਵੀ ਬਹੁਤਾ ਜਿਹੜਾ ਹੈਗਾ ਉਹ ਕਈ ਸਕੂਲ ਤਾਂ ਕਾਰਗਰ ਹੈਗੇ, ਇਹਦੀ ਕੋਈ ਸ਼ੱਕ ਨਹੀਂ, ਪਰ ਬਹੁਤ ਸਾਰੇ ਸਕੂਲਾਂ ਦੀ ਜਿਹੜੀ ਉਹ ਸਟੱਡੀ ਹੈ ਉਹ ਕਾਰਗਰ ਨਹੀਂ ਹੈ, ਉਹ ਬੱਚਿਆਂ ਨੂੰ ਸਮਝ ਨਹੀਂ ਆ ਰਹੀ, ਉਸ ਤਰ੍ਹਾਂ ਦੀ ਕਮਿਊਨੀਕੇਸ਼ਨ ਬੱਚਿਆਂ ਔਰ ਜਿਹੜੇ ਟੀਚਰ ਦੇ ਵਿੱਚ ਨਹੀਂ ਦੇਖਣ ਨੂੰ ਮਿਲਦੀ। ਸੋ ਇਸ ਕਰਕੇ ਇਹਦੇ ਬਾਰੇ ਨਾ ਬਹੁਤ ਗੰਭੀਰਤਾ ਨਾਲ ਸੋਚਣਾ ਪਏਗਾ। ਜੀ। ਸੋ ਖਾਸ ਖਬਰ ਇੱਕ ਨਜ਼ਰ ਦੇ ਵਿੱਚ ਖਬਰਾਂ ਦਾ ਸਿਲਸਿਲਾ ਜਿਹੜਾ ਇੱਥੇ ਖਤਮ ਹੁੰਦਾ ਹੈ। ਮਦਨਦੀਪ ਜੀ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਸਾਨੂੰ ਬਹੁਮੁੱਲੀ ਜਾਣਕਾਰੀ ਦਿੱਤੀ, ਬਹੁਤ ਬਹੁਤ ਸ਼ੁਕਰੀਆ। ਸਾਡੇ ਦਰਸ਼ਕਾਂ ਦਾ ਵੀ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ।